ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਕੀ ਤੁਸੀਂ ਅਰਥਾਂ ਸਮੇਤ ਸਹਿਜ ਪਾਠ ਸ਼ੁਰੂ ਕਰ ਦਿੱਤਾ ਹੈ? ਜੇ ਨਹੀਂ ਤਾਂ ਹੁਣੇ ਹੀ ਤੁਰੰਤ youtube.com ਤੇ ਜਾ ਕੇ ਜਾਂ ਆਪਣੀ ਡਿਵਾਈਸ ਵਿੱਚ YouTube ਦੀ ਐਪ ਡਾਊਨਲੋਡ ਕਰਕੇ ਉਹਦੇ ਤੇ ਤੁਸੀਂ ਗੁਰਗਿਆਨ TV GURGYAN TV ਗੁਰਗਿਆਨ TV ਫਾਈਂਡ ਕਰਨਾ। ਉੱਥੇ ਤੁਹਾਨੂੰ ਇਹ ਲੋਗੋ ਦਿਖਾਈ ਦੇਗਾ। ਸਭ ਤੋਂ ਪਹਿਲਾਂ ਗੁਰਗਿਆਨ TV ਸਬਸਕ੍ਰਾਈਬ ਕਰ ਦੇਣਾ। ਰੋਜ਼ਾਨਾ ਇੱਕ ਵੀਡੀਓ ਅਪਲੋਡ ਹੁੰਦੀ ਹੈ। 35-40 ਮਿੰਟ ਤੁਸੀਂ ਗੁਰੂ ਦੇ ਪਿਆਰ ਵਿੱਚ ਬੈਠਣਾ ਹੈ, ਪਰਿਵਾਰ ਸਮੇਤ, ਬੱਚਿਆਂ ਸਮੇਤ, ਅਰਥਾਂ ਸਮੇਤ ਸਹਿਜ ਪਾਠ ਕਰਨਾ ਸਭ ਤੋਂ ਸੌਖਾ ਤਰੀਕਾ। ਗੁਰਗਿਆਨ TV ਤੇ ਤੁਹਾਨੂੰ ਪਲੇਲਿਸਟ ਮਿਲੇਗੀ SGGS ਸਹਿਜ ਪਾਠ ਵਿਦ ਮੀਨਿੰਗਸ। ਉਸ ਵਿੱਚੋਂ ਸ਼ੁਰੂ ਕਰੋ, ਨਿਤ ਲਾਹਾ ਲਓ, ਨਾਲੇ ਅਰਥ ਸਿੱਖੀਏ, ਗੁਰਮਤਿ ਦੇ ਸਿਧਾਂਤ ਪਤਾ ਲੱਗਣ, ਹੋਰਨਾਂ ਨੂੰ ਪ੍ਰੇਰਿਤ ਕਰੀਏ। ਤੁਹਾਡੇ ਮਿੱਤਰ, ਦੋਸਤ, ਰਿਸ਼ਤੇਦਾਰ, ਭੈਣ ਭਰਾਵਾਂ ਦੇ ਪਰਿਵਾਰ ਵਿੱਚ ਅਗਰ ਕੋਈ ਨਹੀਂ ਕਰ ਰਿਹਾ, ਉਹਨਾਂ ਨੂੰ ਪ੍ਰੇਰਿਤ ਕਰੀਏ। ਅਰਥਾਂ ਸਮੇਤ ਸਹਿਜ ਪਾਠ ਕਰੋ ਦੀ ਲਹਿਰ ਘਰ ਘਰ ਤੱਕ ਪਹੁੰਚਾਈਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਦੀਦਾਰ ਕਰ ਰਹੇ ਹਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 195 ਦੇ ਉੱਪਰ ਅੰਕਿਤ ਗੌੜੀ ਮਹੱਲਾ ਪੰਜਵਾਂ, ਗੌੜੀ ਰਾਗ ਦਾ 145ਵਾਂ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦਾ 76ਵਾਂ ਸ਼ਬਦ ਅੱਜ ਸ਼ੁਰੂ ਹੋ ਰਿਹਾ। ਜਿਸ ਕਾ ਦਿਆ ਪਹਿਨੈ ਖਾਏ, ਜਿਸ ਵਾਹਿਗੁਰੂ ਜੀ ਦਾ ਦਿੱਤਾ ਹੋਇਆ ਪਹਿਨਦੇ ਹਾਂ, ਖਾਂਦੇ ਹਾਂ, ਜਿਸ ਦੀਆਂ ਦਿੱਤੀਆਂ ਹੋਈਆਂ ਦਾਤਾਂ ਨੂੰ ਜ਼ਿੰਦਗੀ 'ਚ ਵਰਤਦੇ ਹਾਂ। ਤਿਸ ਸਿਉ ਆਲਸ ਕਿਉਂ ਬਣੈ ਮਾਏ, ਐ ਮੇਰੀ ਮੱਤ। ਉਹਦੇ ਮਾਰਗ ਤੇ ਤੁਰਨਾ ਆਲਸ ਕਰਨਾ ਬਣਦਾ ਨਹੀਂ, ਠੀਕ ਨਹੀਂ ਹੈ। ਵਾਹਿਗੁਰੂ ਜੀ ਦੀਆਂ ਦਾਤਾਂ ਦਾ ਆਨੰਦ ਮਾਣ ਰਹੇ ਹਾਂ। ਵਾਹਿਗੁਰੂ ਜੀ ਦੇ ਮਾਰਗ ਤੇ, ਗੁਰੂ ਦੇ ਦੱਸੇ ਹੋਏ ਮਾਰਗ ਤੇ ਤੁਰਨਾ ਔਖਾ ਲੱਗ ਰਿਹਾ, ਕੌੜਾ ਲੱਗ ਰਿਹਾ, ਠੀਕ ਨਹੀਂ ਇਹ ਗੱਲ। ਅਸਮ ਵਿਸਾਰ ਆਨ ਕੰਮ ਲੱਗ ਗਏ। ਵਾਹਿਗੁਰੂ ਜੀ ਦੇ ਮਾਰਗ ਨੂੰ ਛੱਡ ਕੇ ਬਾਕੀ ਉਲਝਣ ਤਾਣੀ ਦੇ ਵਿੱਚ ਫਸ ਰਹੇ ਹਾਂ। ਕੌਡੀ ਬਦਲੇ ਰਤਨ ਤਿਆਗਹਿ ਰਹਾਓ। ਰੱਬੀ ਮਾਰਗ ਨੂੰ ਛੱਡ ਕੇ ਵਾਹਿਗੁਰੂ ਜੀ ਦੇ ਮਿਸ਼ਨ ਨੂੰ ਛੱਡ ਕੇ, ਵਾਹਿਗੁਰੂ ਜੀ ਦੇ ਗੁਣਾਂ ਨੂੰ, ਵਾਹਿਗੁਰੂ ਜੀ ਦੇ ਪਿਆਰ ਨੂੰ, ਯਾਦ ਨੂੰ ਛੱਡ ਕੇ ਬਾਕੀ ਉਲਝਣ ਤਾਣੀਆਂ ਵਿੱਚ ਜੋ ਲੱਗਦੇ ਨੇ, ਉਲਝਦੇ ਨੇ। ਕੌਡੀ ਬਦਲੇ ਰਤਨ ਤਿਆਗਹਿ। ਇੱਦਾਂ ਲੱਗਦਾ ਜਿਵੇਂ ਕੌਡੀਆਂ ਬਦਲੇ ਇਹ ਕਿਤਨਾ ਕੀਮਤੀ ਰਤਨ ਜੀਵਨ, ਇਹਦੀ ਵੈਲਿਊ ਨਾ ਸਮਝ ਕੇ ਇਹਨੂੰ ਗਵਾ ਰਹੇ ਨੇ। ਆਖੋ ਵਾਹਿਗੁਰੂ। ਇਸ ਸ਼ਬਦ ਦਾ ਸੈਂਟਰਲ ਆਈਡੀਆ ਰਹਾਓ ਸਤਿਸਾਰ ਹੈ। ਪ੍ਰਭੂ ਤਿਆਗ ਲਾਗਤ ਅਨਲੋਭਾ। ਦੂਸਰੇ ਪਾਸੇ ਦਾ ਲੋਭ ਪੈਦਾ ਹੋ ਗਿਆ ਹੈ। ਪ੍ਰਭੂ ਦਾ ਮਾਰਗ ਔਖਾ ਲੱਗ ਰਿਹਾ ਹੈ, ਗੁਰੂ ਦਾ ਦੱਸਿਆ ਮਾਰਗ ਔਖਾ ਲੱਗ ਰਿਹਾ ਹੈ। ਦੁਨਿਆਵੀ ਲੋਭ ਦੀ ਪੂਰਤੀ ਵਾਸਤੇ ਆਪਾ ਵਾਰ ਰਿਹਾ, ਉਹ ਔਖੇ ਕੰਮ ਵੀ ਸੌਖੇ ਲੱਗ ਰਹੇ ਨੇ। ਦੇਖਿਆ ਜਾਵੇ ਤੇ ਦੁਨੀਆ ਤੇ ਕੁਛ ਵੀ ਔਖਾ ਨਹੀਂ ਤੇ ਕੁਛ ਵੀ ਸੌਖਾ ਨਹੀਂ, ਇਹ ਗੱਲ ਸਮਝ ਲਿਓ। ਜਿਹੜੀ ਚੀਜ਼ ਤੁਹਾਡੇ ਰੂਟੀਨ ਵਿੱਚ ਆ ਗਈ ਉਹ ਸੌਖੀ ਹੈ, ਜਿਹੜੀ ਰੂਟੀਨ ਵਿੱਚ ਨਹੀਂ ਆਈ ਉਹ ਔਖੀ ਹੈ। ਕਿਸੇ ਨੂੰ ਚੌਂਕੜਾ ਮਾਰ ਕੇ ਬੈਠਣ ਦੀ ਆਦਤ ਬਣ ਗਈ ਹੈ, ਉਹਦੇ ਲਈ ਬੜਾ ਸੌਖਾ ਹੈ, ਦੂਸਰੇ ਦੇ ਲਈ ਬੜਾ ਔਖਾ ਹੈ। ਇੱਕ ਨੂੰ ਖੇਤ ਵਿੱਚ ਕੰਮ ਕਰਕੇ ਕਰਨਾ ਸੌਖਾ ਲੱਗ ਰਿਹਾ ਹੈ ਤੇ ਇੱਕ ਨੂੰ ਕੁਰਸੀ ਤੇ ਬੈਠ ਕੇ ਕੰਮ ਕਰਨਾ ਸੌਖਾ ਲੱਗ ਰਿਹਾ ਹੈ। ਜਿਹਦੇ ਰੂਟੀਨ 'ਚ ਨਹੀਂ ਆਇਆ ਉਹ ਔਖਾ ਹੈ। ਦੇਖਿਆ ਜਾਵੇ ਤੇ ਕੁਛ ਵੀ ਸੌਖਾ ਨਹੀਂ, ਕੁਛ ਵੀ ਔਖਾ ਨਹੀਂ। ਕਿ ਬੱਚੇ ਪਾਲਣੇ ਸੌਖੀ ਖੇਡ ਹੈ, ਪਰਿਵਾਰ ਚਲਾਉਣਾ ਸੌਖੀ ਖੇਡ ਹੈ,
ਕਾਰੋਬਾਰ ਕਰਨਾ ਸੌਖੀ ਖੇਡ ਹੈ, ਪਰ ਇਹ ਸਭ ਕੁਝ ਕਰੀ ਜਾ ਰਹੇ ਹਾਂ ਗੁਰੂ ਦੇ ਮਾਰਗ 'ਤੇ, ਰੱਬ ਦੇ ਮਾਰਗ 'ਤੇ, ਪਰਉਪਕਾਰ ਦੇ ਮਾਰਗ 'ਤੇ ਤੁਰਨਾ ਔਖਾ ਲੱਗ ਰਿਹਾ ਹੈ। ਪ੍ਰਭੂ ਵਾਲਾ ਪਾਸਾ ਤਿਆਗ ਦਿੱਤਾ ਹੈ, ਦੂਜੇ ਲੋਭ ਲਾਲਚ ਵਿੱਚ ਉਲਝ ਗਏ ਹੈ। ਦਾਸ ਸਲਾਮ ਕਰਤ ਕਤ ਸ਼ੋਭਾ, ਸਾਹਮਣੇ ਬਾਦਸ਼ਾਹ ਹੋਵੇ ਤੇ ਉੱਥੇ ਬਾਦਸ਼ਾਹ ਦੀ ਦਾਸੀ ਨੌਕਰਾਣੀ ਖੜੀ ਹੋਵੇ ਤੇ ਨੌਕਰਾਣੀ ਨੂੰ ਸਲਾਮ ਕਰਦਾ ਹੋਵੇ, ਬਾਦਸ਼ਾਹ ਵੱਲ ਦੇਖਦਾ ਨਾ ਹੋਵੇ, ਚੰਗਾ ਲੱਗਦਾ? ਦਾਸ ਸਲਾਮ ਤੇ ਦਾਸ ਦੇ ਅਰਥ ਹੈ ਦਾਸੀ, ਕਿਉਂਕਿ ਗੁਰਬਾਣੀ ਅੰਦਰ, ਗੁਰਬਾਣੀ ਕਾਵ ਰਚਨਾ ਮੁਤਾਬਕ ਬਹੁਤ ਸਾਰੇ ਥਾਵਾਂ 'ਤੇ ਜਿਹੜੀ ਸਿਹਾਰੀ ਬਿਹਾਰੀ ਰਿਪਲੇਸੇਬਲ ਹੈ, ਉਹਨੂੰ ਬਿਹਾਰੀ 'ਚ ਬਦਲ ਕੇ ਦੇਖਿਓ, ਅਰਥ ਸੌਖੇ ਆ ਜਾਣਗੇ। ਭਗਤ ਦੇ ਤੱਤੇ ਨੂੰ ਸਿਹਾਰੀ ਹੈ, ਉਹਨੂੰ ਬਿਹਾਰੀ ਲਾ ਕੇ ਦੇਖਿਓ, ਅਰਥ ਸੌਖੇ ਪਤਾ ਲੱਗ ਜਾਣਗੇ। ਜਿਹੜੀ ਦੁਨਿਆਵੀ ਖਿੱਚ ਹੈ ਰੱਬ ਦੀ ਦਾਸੀ ਹੈ, ਰੱਬ ਦੇ ਨਿਯਮਾਂ 'ਚ ਹੈ। ਪ੍ਰਭੂ ਦਾ ਮਾਰਗ ਔਖਾ ਲੱਗ ਰਿਹਾ ਤੇ ਇਹ ਮਾਇਕੀ ਰਸਾਂ ਦਾ ਜਿਹੜਾ ਉਧਰ ਇੰਨੀ ਸਭ ਕੁਝ ਕਰ ਰਹੇ ਹੈ, ਕਰਤ ਕਤ ਸ਼ੋਭਾ, ਇਹ ਕੋਈ ਸ਼ੋਭਾ ਦੀ ਗੱਲ ਹੈ, ਕੋਈ ਵਡਿਆਈ ਦੀ ਗੱਲ ਹੈ? ਅੰਮ੍ਰਿਤ ਰਸ ਖਾਵਹਿ ਖਾਨ ਪਾਨ, ਜਿਨ ਦੀਏ ਤਿਸੈ ਨ ਜਾਣਹਿ ਸੁਆਨ। ਉਂਝ ਦੇ ਅਰਥ ਇਦਾਂ ਵੀ ਕੀਤੇ ਆ ਕਿ ਜਿਹੜੇ ਖਾਣੇ ਪੀਣੇ ਦਾ ਰਸ ਹੈ, ਇਹਨੂੰ ਅੰਮ੍ਰਿਤ ਰਸ ਕਿਹਾ ਹੈ। ਪਰ ਕਈ ਵਾਰੀ ਕਾਵ ਰਚਨਾ ਦੇ ਵਿੱਚ ਜਿਹੜੀ ਕੋਈ ਇੱਕ ਸ਼ਬਦ ਇੱਕ ਪੰਕਤੀ 'ਚ ਰੱਖਿਆ ਹੁੰਦਾ, ਉਸ ਸ਼ਬਦ ਦੇ ਨਾਲ ਰਿਲੇਟਡ ਗੱਲ ਜਿਹੜੀ ਹੈ ਅਗਲੀ ਪੰਕਤੀ 'ਚ ਹੁੰਦੀ ਹੈ। ਕਾਵ ਰਚਨਾ ਵਿੱਚ ਆਮ ਆਉਂਦਾ ਹੈ, ਜਿਵੇਂ ਸੋਹਿਲਾ ਸਾਹਿਬ ਦੇ ਵਿੱਚ ਸਾਕਤ ਹਰ ਰਸ ਸਾਧ ਨਾ ਜਾਣਿਆ, ਤਿਨ ਅੰਤਰ ਹਉਮੈ ਕੰਡਾ ਹੈ। ਕੰਡਾ ਜਿਉਂ ਜਿਉਂ ਚੱਲੈ ਚੁਭੈ, ਉੱਥੇ ਕੱਲਾ ਚੁਭੈ ਲਿਖਿਆ। ਜਮਕਾਲ ਸੈਂਸ ਡੰਡਾ, ਚੁਭੈ ਕੀ ਹੈ? ਉਹਦਾ ਸੰਬੰਧ ਪਿਛਲੀ ਪੰਕਤੀ ਦੇ ਹਉਮੈ ਦੇ ਕੰਡੇ ਨਾਲ। ਮੈਨੂੰ ਇਦਾਂ ਲੱਗਦਾ ਹੈ ਇੱਥੇ ਅੰਮ੍ਰਿਤ ਰਸ ਸਿੰਗੂਲਰ ਹੈ, ਖਾਨ ਪਾਨ ਜਿਹੜਾ ਹੈ ਉਹ ਪਲੂਰਲ ਹੈ। ਅੰਮ੍ਰਿਤ ਰਸ ਨੂੰ ਅਗਲੀ ਪੰਕਤੀ ਨਾਲ ਜੋੜੀਏ, ਜਿਨ ਦੀਏ, ਜਿਸ ਨੇ ਤੈਨੂੰ ਦਿੱਤਾ। ਕੀ ਦਿੱਤਾ? ਜਿਸ ਨੇ ਦਿੱਤੇ। ਕੀ ਦਿੱਤੇ? ਖਾਨ ਪਾਨ, ਉਹਨੂੰ ਪਹਿਨਦਾ ਤੇ ਤਿਸਹਿ ਨਾ ਜਾਣਾ ਹੈ। ਉਸ ਵਾਹਿਗੁਰੂ ਜੀ ਦੇ ਅੰਮ੍ਰਿਤ ਰਸ ਨੂੰ ਤੂੰ ਜਾਣਦਾ ਨਹੀਂ, ਅੰਮ੍ਰਿਤ ਰਸ ਨੂੰ ਛੱਡੀ ਬੈਠਾ ਹੈ। ਖਾਣੇ ਪੀਣੇ ਪਹਿਰਾਵੇ ਦੁਨੀਆ ਦੇ ਰਸ ਤੈਨੂੰ ਚੰਗੇ ਲੱਗਦੇ ਨੇ, ਤੇਰਾ ਮਨ ਕੁੱਤੇ ਦੀ ਜੂਨੀ ਪੈ ਚੁੱਕਿਆ ਸੁਆਨ। ਅੰਮ੍ਰਿਤ ਰਸ ਖਾਵੈ ਖਾਨ ਪਾਨ, ਜਿਨ ਦੀਏ ਤਿਸਹਿ ਨਾ ਜਾਣੈ। ਜਿਸ ਨੇ ਤੈਨੂੰ ਖਾਣ ਪੀਣ ਦਾਤਾਂ ਦਿੱਤੀਆਂ, ਉਸ ਵਾਹਿਗੁਰੂ ਜੀ ਨੂੰ ਤੇ ਉਹਦੇ ਵਾਹਿਗੁਰੂ ਜੀ ਦੇ ਅੰਮ੍ਰਿਤ ਰਸ ਨੂੰ ਤੂੰ ਜਾਣਦਾ ਨਹੀਂ। ਇਹ ਮਨ ਕੁੱਤੇ ਦੀ ਜੂਨੀ ਪੈ ਗਿਆ, ਇਹ ਸੁਭਾਅ ਕੁੱਤਾ ਹੈ। ਆਖੋ ਵਾਹਿਗੁਰੂ, ਇੱਥੇ ਪਲੂਰਲ ਹੈ, ਇਹ ਸੁਭਾਅ ਕੁੱਤੇ ਨੇ। ਇਹ ਮਨ ਉਸ ਦਾਤ ਨੂੰ ਸਮਝ ਨਹੀਂ ਰਹੇ। ਕਹੋ ਨਾਨਕ ਹਮ ਲੂਣ ਹਰਾਮੀ, ਇਸ ਤਰ੍ਹਾਂ ਜਿਉਣ ਕਰਕੇ ਅਸੀਂ ਲੂਣ ਹਰਾਮੀ ਹਾਂ, ਨਮਕ ਹਰਾਮੀ। ਵਾਹਿਗੁਰੂ ਜੀ ਦੀਆਂ ਦਿੱਤੀਆਂ ਹੋਈਆਂ ਦਾਤਾਂ ਨੂੰ ਅਸੀਂ ਉਹਦੀ ਕਦਰ ਨਹੀਂ ਕਰ ਰਹੇ। ਆਖੋ ਵਾਹਿਗੁਰੂ। ਬਖਸ਼ ਲਿਓ ਪ੍ਰਭ ਅੰਤਰਜਾਮੀ, ਇਹ ਦਿਲਾਂ ਦੇ ਜਾਣਨਹਾਰ ਵਾਹਿਗੁਰੂ ਜੀਓ ਬਖਸ਼ ਲਓ। ਤੁਸੀਂ ਅੰਤਰਜਾਮੀ ਹੋ, ਸਾਡੇ ਸੁਭਾਅ ਦੀਆਂ ਸੋਚ ਦੀਆਂ ਕਮਜ਼ੋਰੀਆਂ ਤੁਸੀਂ ਦੂਰ ਕਰੋ ਵਾਹਿਗੁਰੂ ਜੀ। ਇਹ ਭਾਵਨਾ ਹੈ, ਇੱਛਾ ਹੈ। ਗੌੜੀ ਮਹੱਲਾ ਪੰਜਵਾਂ, ਅਗਲਾ ਗੌੜੀ ਰਾਗ ਦਾ 146ਵਾਂ 146। ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦਾ 77ਵਾਂ ਸ਼ਬਦ 77th। ਰੱਬ ਕੇ ਚਰਨ ਮਨ ਮਾਹਿ ਧਿਆਨ, ਰੱਬ ਦੇ ਚਰਨ ਰੱਬ ਦੇ ਗੁਣ ਨੇ, ਰੱਬੀ ਉਪਦੇਸ਼, ਇਹਨਾਂ ਨੂੰ ਮਨ ਵਿੱਚ ਵਸਾ। ਗੁਣਾਂ ਨੂੰ ਮਨ ਵਿੱਚ ਵਸਾਉਣਾ ਹੈ, ਗੁਣਾਂ ਵਾਲਾ ਜੀਵਨ ਜਿਉਣਾ ਹੈ, ਗੁਣਾਂ ਨਾਲ ਪਰਉਪਕਾਰ ਕਰਨਾ ਹੈ, ਗੁਣਾਂ ਦੀਆਂ ਵਿਚਾਰਾਂ ਕਰਨੀਆਂ ਨੇ, ਸੁਣਨੀਆਂ ਨੇ। ਰੱਬੀ ਉਪਦੇਸ਼ ਨੂੰ ਮਨ ਵਿੱਚ ਵਸਾਉਣਾ ਹੈ, ਰੱਬੀ ਉਪਦੇਸ਼ ਨੂੰ ਫੋਲੋ ਕਰਨਾ ਹੈ, ਮੰਨਣਾ ਹੈ ਜ਼ਿੰਦਗੀ 'ਚ। ਇਸ ਤਰ੍ਹਾਂ ਰੱਬ ਦੇ ਉਪਦੇਸ਼ ਤੇ ਗੁਣਾਂ ਰੂਪੀ ਚਰਨਾਂ ਨੂੰ ਮਨ ਵਿੱਚ ਧਿਆਨ ਕਰ, ਧਿਆਨ ਵਿੱਚ ਰੱਖ ਕੇ ਜਿਉਇਆ ਕਰ, ਪ੍ਰੈਕਟੀਕਲ ਜਿਉਇਆ ਕਰ। ਸਗਲ ਤੀਰਥ ਮੱਜਨ ਇਸ਼ਨਾਨ, ਇਹ ਸਭ ਤੋਂ ਵੱਡਾ ਇਸ਼ਨਾਨ ਹੈ ਤੇ ਸਭ ਤੋਂ ਵੱਡਾ ਤੀਰਥ ਹੈ।
ਇਹਦੇ ਵਿੱਚ ਹੀ ਸਾਰੇ ਤੀਰਥ, ਸਾਰੇ ਇਸ਼ਨਾਨ ਆ ਗਏ ਨੇ। ਸੁਣਿਆ, ਮੰਨਿਆ, ਮਨ ਕੀਤਾ ਭਾਉ, ਅੰਤਰਗਤ ਤੀਰਥ ਮਲ ਨਾਉ। ਹਰ ਦਿਨ ਹਰ ਸਿਮਰਨ ਮੇਰੇ ਭਾਈ, ਹਰ ਦਿਨ ਭਾਵ ਹਰ ਵੇਲੇ ਵਾਹਿਗੁਰੂ ਜੀ ਨੂੰ ਚੇਤੇ ਵਿੱਚ ਰੱਖ, ਉਹਦੀ ਯਾਦ ਵਿੱਚ ਜਿਉ। ਐ ਮੇਰੇ ਭਾਈ, ਐ ਗੁਰਸਿੱਖ ਪਿਆਰਿਓ, ਵਾਹਿਗੁਰੂ ਜੀ ਦੀ ਯਾਦ ਵਿੱਚ ਉਹਦੇ ਗੁਣਾਂ ਨੂੰ, ਉਹਦੇ ਗਿਆਨ ਨੂੰ ਜ਼ਿੰਦਗੀ 'ਚ ਪ੍ਰੈਕਟੀਕਲ ਜਿਉਣਾ ਜ਼ਿੰਦਗੀ ਦਾ ਅਸਲੀ ਸਿਧਾਂਤ ਹੈ। ਓਟ ਜਨਮ ਕੀ ਮਲ ਲਹਿ ਜਾਏ, ਓਟ ਜਨਮ ਕੀ ਮਲ ਲਹਿ ਜਾਈ ਰਹਾਓ। ਇਹਦੇ ਨਾਲ ਜਿੰਨੇ ਵਾਰੀ ਵੀ ਕੁਸੰਗੀ ਪ੍ਰਵਿਰਤੀਆਂ, ਖੋਟੀਆਂ ਆਦਤਾਂ ਦੇ ਵਿਚਾਰਾਂ ਨੇ ਜਨਮ ਲਿਆ, ਸੋਚਾਂ ਨੇ ਜਨਮ ਲਿਆ, ਜਿੰਨੇ ਵਾਰੀ ਵੀ ਅੰਦਰ ਵਿਕਾਰਾਂ ਨੇ ਜਨਮ ਲਿਆ, ਉਹਦੇ ਸੰਸਕਾਰ ਅੰਦਰ ਬੈਠ ਗਏ, ਉਹ ਆਦਤਾਂ ਬਣ ਗਏ, ਉਹ ਵਿਚਾਰਧਾਰਾ ਬਣ ਗਈ, ਉਹ ਸੋਚ ਬਣ ਗਈ, ਉਹ ਮਹਿਲ ਹੈ। ਤੇ ਜਦੋਂ ਗੁਰੂ ਦੇ ਉਪਦੇਸ਼ ਨੂੰ ਮੰਨੇਗਾ, ਜ਼ਿੰਦਗੀ 'ਚ ਲਾਗੂ ਕਰੇਗਾ, ਸੋਚ ਸੁਭਾਅ ਨੂੰ ਪੜਚੋਲੇਗਾ, ਸੋਚ ਸੁਭਾਅ ਨੂੰ ਸ਼ਿੰਗਾਰੇਗਾ, ਤੇ ਹੌਲੀ ਹੌਲੀ ਇਹ ਮੈਲ ਉਤਰ ਜਾਏਗੀ। ਆਖੋ ਵਾਹਿਗੁਰੂ। ਇਸ ਤਰ੍ਹਾਂ ਇਹ ਮੈਲ ਉਤਰ ਜਾਂਦੀ ਹੈ। ਹਰ ਕੀ ਕਥਾ ਰਿਦ ਮਾਹੇ ਵਸਾਈ, ਰੱਬ ਦੀ ਕਥਾ, ਰੱਬ ਦੀ ਵਿਚਾਰਧਾਰਾ, ਰੱਬੀ ਗਿਆਨ ਦੀਆਂ ਵਿਚਾਰਾਂ, ਗੁਰੂ ਦੇ ਉਪਦੇਸ਼ ਦੀਆਂ ਵਿਚਾਰਾਂ, ਇਹਨੂੰ ਹਿਰਦੇ 'ਚ ਵਸਾਈ, ਹਿਰਦੇ 'ਚ ਵਸਾਉਣਾ ਚਾਹੀਦਾ ਹੈ। ਮਨ ਬਾਂਛਤ ਸਗਲੇ ਫਲ ਪਾਈ। ਹੁਣ ਇਹਦੇ ਅਰਥ ਇਹ ਨਾ ਲੈ ਲਿਓ ਦੁਨੀਆ 'ਚ ਜੋ ਵੀ ਸੋਚਿਆ ਉਹ ਮਿਲ ਜਾਏਗਾ। ਨਹੀਂ ਨਹੀਂ, ਇਹ ਅਰਥ ਨਹੀਂ ਹੈ। ਗੁਰੂ ਦੇ ਮਾਰਗ 'ਤੇ ਤੁਰਨ ਦੀਆਂ ਜਿਹੜੀਆਂ ਤੇਰੀਆਂ ਇੱਛਾਵਾਂ ਨੇ, ਉਹਦੇ ਫਲ ਕੀ ਹੈ? ਅੰਦਰ ਸਿਦਕ ਹੋਏਗਾ ਤਾਂ ਤੁਰੇਗਾ, ਸਿਦਕ ਦਾ ਫਲ ਲੱਗੇਗਾ ਤੈਨੂੰ। ਅੰਦਰ ਤੈਨੂੰ ਸੋਝੀ ਹੋਏਗੀ ਤਾਂ ਤੁਰ ਸਕੇਗਾ, ਅੰਦਰ ਭਰਮ ਤੋਂ ਰਹਿਤ ਹੋਏਗਾ ਤਾਂ ਤੁਰ ਸਕੇਗਾ। ਇਸ ਮਾਰਗ 'ਤੇ ਤੁਰਦਿਆਂ ਜੋ ਗੁਰੂ ਦੇ ਉਪਦੇਸ਼ ਅਨੁਸਾਰ ਦੱਸਿਆ ਏ, ਗੁਰੂ ਦੇ ਉਪਦੇਸ਼ ਰਾਹੀਂ ਉਹ ਪ੍ਰਾਪਤ ਕਰਨ ਵਾਸਤੇ ਜੋ ਇੱਛਾਵਾਂ ਨੇ, ਉਹ ਸਾਰੇ ਫਲ ਮਿਲ ਜਾਣਗੇ। ਭਾਵ ਤੈਨੂੰ ਇਹ ਜੀਵਨ ਮਿਲ ਜਾਏਗਾ। ਜੀਵਨ ਮਰਨ, ਜਨਮ ਪ੍ਰਵਾਨ। ਫਿਰ ਤੇਰੇ ਜੀਵਨ ਵਿੱਚ ਕੁਸੰਗੀ ਪਾਸੇ ਤੋਂ, ਬੁਰੀਆਂ ਆਦਤਾਂ ਵਾਲੇ ਪਾਸੇ ਤੋਂ ਜਿਹੜਾ ਮਰ ਜਾਣਾ ਹੈ, ਉਸ ਸੁਭਾਅ ਨੂੰ, ਸੋਚ ਨੂੰ ਮਾਰ ਦੇਣਾ ਹੈ, ਉਸ ਵਿੱਚੋਂ ਇਹ ਜਿਹੜਾ ਆਤਮਿਕ ਜੀਵਨ ਮਿਲਣਾ ਹੈ, ਇਹ ਇੱਧਰਲਾ ਜਨਮ ਹੋਣਾ ਤੇ ਪ੍ਰਵਾਨ ਹੋ ਜਾਣਾ। ਆਖੋ ਵਾਹਿਗੁਰੂ। ਬੁਰਾਈਆਂ ਵਾਲੇ ਪਾਸੇ ਦੀ ਖਿੱਚ ਦਾ ਮਰ ਜਾਣਾ ਚਾਹੀਦਾ ਹੈ। ਕੁਸੰਗੀ ਪ੍ਰਭਾਵ, ਕੁਸੰਗੀ ਸੰਸਕਾਰ ਅੰਦਰੋਂ ਮਰ ਜਾਂਦੇ ਨੇ। ਚੰਗੇ ਸੰਸਕਾਰ, ਚੰਗਾ ਆਦਤਾਂ, ਚੰਗਾ ਸੁਭਾਅ ਜਨਮ ਲੈ ਲੈਂਦਾ ਹੈ। ਇਹਨੂੰ ਦੋ ਸ਼ਬਦਾਂ ਵਿੱਚ ਕਹਿਣਾ ਹੋਵੇ, ਜਦੋਂ ਮਨਮੁਖ ਸੁਭਾਅ ਮਰ ਜਾਂਦਾ ਹੈ, ਗੁਰਮੁਖ ਸੁਭਾਅ ਜਨਮ ਲੈ ਲੈਂਦਾ ਹੈ। ਜਦੋਂ ਮਨਮਤ ਵਾਲੀ ਸੋਚ ਮਰ ਜਾਂਦੀ ਹੈ, ਗੁਰਮਤ ਵਾਲੀ ਸੋਚ ਜਨਮ ਲੈ ਲੈਂਦੀ ਹੈ। ਇਹ ਜਨਮ ਪ੍ਰਵਾਨ ਹੋ ਜਾਂਦਾ ਹੈ, ਕਿਉਂਕਿ ਆਤਮਿਕ ਜੀਵਨ ਮਿਲਦਾ ਹੈ। ਜਾ ਕੈ ਹਿਰਦੈ ਵਸੈ ਭਗਵਾਨ। ਇਹ ਕਿਹਨਾਂ ਨੂੰ ਪ੍ਰਾਪਤ ਹੁੰਦਾ? ਜਿਨ੍ਹਾਂ ਦੇ ਹਿਰਦੇ 'ਚ ਵਾਹਿਗੁਰੂ ਜੀ ਵਸਦੇ ਨੇ, ਜਿਨ੍ਹਾਂ ਦੇ ਹਿਰਦੇ 'ਚ ਵਾਹਿਗੁਰੂ ਜੀ ਦੀ ਭੈ ਭਾਵਨੀ, ਸ਼ੁਕਰਾਨੇ ਦੀ ਭਾਵਨਾ ਵਸਦੀ ਹੈ। ਕਹੋ ਨਾਨਕ ਸੇਈ ਜਨ ਪੂਰੇ। ਨਾਨਕ ਸ਼ਬਦ ਕਹਿ ਕੇ ਕਹਿੰਦੇ ਨੇ, ਕਹੋ ਉਹ ਜਿਹੜੇ ਜੀਵਨ ਨੇ ਨਾ, ਉਹ ਪ੍ਰਵਾਨ ਨੇ ਗੁਰੂ ਦੀਆਂ ਨਜ਼ਰਾਂ 'ਚ, ਪੂਰੇ ਨੇ, ਗੁਣਾਂ ਵਾਲੇ ਨੇ, ਰੱਬੀ ਨਿਯਮਾਂ ਵਾਲੇ ਨੇ, ਰੱਬ ਦੇ ਰਸਤੇ 'ਤੇ ਤੁਰਨ ਵਾਲੇ ਨੇ। ਕੌਣ? ਜਿਨ੍ਹਾਂ ਪ੍ਰਾਪਤ ਸਾਧੂ ਧੂਰੇ, ਜਿਨ੍ਹਾਂ ਨੂੰ ਗੁਰੂ ਦੀ ਧੂੜੀ, ਗੁਰੂ ਦੇ ਉਪਦੇਸ਼ ਦਾ ਪ੍ਰਭਾਵ ਪੈ ਗਿਆ, ਗੁਰੂ ਦੇ ਉਪਦੇਸ਼ ਮੰਨਣ ਤੁਰ ਪਏ, ਇਹ ਸਾਧੂ ਧੂੜੀ ਹੈ। ਗੌੜੀ ਮਹੱਲਾ ਪੰਜਵਾਂ। ਅਗਲਾ ਸ਼ਬਦ ਗੌੜੀ ਰਾਗ ਦਾ 147ਵਾਂ, ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦਾ 78ਵਾਂ ਸ਼ਬਦ ਸ਼ੁਰੂ ਹੋ ਰਿਹਾ। ਖਾਂਦਾ ਪਹਿਨਦਾ ਮੁਕਰ ਪਾਏ। ਜਦੋਂ ਮਨ ਰੱਬ ਦੀਆਂ ਦਿੱਤੀਆਂ ਹੋਈਆਂ ਦਾਤਾਂ ਨੂੰ ਮਾਣਦਾ ਹੈ, ਖਾਂਦਾ ਹੈ, ਪੀਂਦਾ ਹੈ, ਪਹਿਨਦਾ ਹੈ, ਰੱਬ ਦੀਆਂ ਦਾਤਾਂ ਨੂੰ ਮਾਣਦਾ ਹੈ, ਉਹਦਾ ਸ਼ੁਕਰਾਨਾ ਨਹੀਂ ਕਰਦਾ, ਇਹਨੂੰ ਕਹਿੰਦੇ ਨੇ ਮੁਕਰ ਗਿਆ, ਲੈ ਕੇ ਮੁਕਰ ਗਿਆ। ਕਿਉਂਕਿ ਸਮਝਦਾ ਹੀ ਨਹੀਂ ਹੈ ਰੱਬ ਦੀਆਂ ਨੇ, ਕਹਿੰਦਾ ਮੇਰੀਆਂ ਨੇ। ਇਸ ਨੂੰ ਜੋ ਹੈ ਦੂਤ ਧਰਮ ਰਾਏ। ਰੱਬ ਦਾ ਨਿਜ਼ਮ ਧਰਮ ਹੈ, ਉਹਦਾ ਰਾਜ ਚੱਲਦਾ ਹੈ,
ਧਰਮ ਰਾਏ, ਉਹਦੇ ਨਿਜ਼ਮ ਦੇ ਵਿੱਚ ਜਿਹੜੇ 5 ਵਿਕਾਰ ਨੇ, ਉਹਦੇ ਦੂਤ ਨੇ, ਚਾਹੁੰਦੇ ਨੇ ਹਮਲਾ ਕਰਦੇ ਨੇ। ਲੋਭੀ ਬਣਦਾ ਹੈ, ਕ੍ਰੋਧੀ ਬਣਦਾ ਹੈ, ਹੰਕਾਰੀ ਬਣਦਾ ਹੈ। ਇਸ ਸਿਉ ਬੇਮੁਖ ਜਿਨ ਜੀਓ ਪਿੰਡ ਦੀਨਾ, ਜਿਸ ਵਾਹਿਗੁਰੂ ਜੀ ਨੇ ਸਰੀਰ ਦਿੱਤਾ, ਇਹ ਜੀਵਨ ਦਿੱਤਾ, ਉਹਦੇ ਤੋਂ ਬੇਮੁਖ ਹੋ ਗਿਆ। ਉਹਦੇ ਮਾਰਗ ਤੇ ਤੁਰਨਾ ਔਖਾ ਲੱਗਦਾ ਹੈ। ਕੋਟ ਜਨਮ ਭਰਮੈ ਬਹੁ ਜੂਨਾ ਰਹਾਓ। ਤੇ ਜਿੰਨੇ ਵਾਰੀ ਇਹ ਭਰਮ ਭੁਲੇਖੇ ਵਿੱਚ ਇਹਦੇ ਅੰਦਰ ਕਦੀ ਕ੍ਰੋਧ ਦਾ ਜਨਮ, ਕਦੀ ਲੋਭ ਦਾ ਜਨਮ, ਕਦੀ ਨਫ਼ਰਤ ਦਾ ਜਨਮ, ਇਹ ਜਨਮ ਹੁੰਦੇ ਨੇ। ਜਿੰਨੇ ਵਾਰੀ ਜਨਮ ਹੁੰਦਾ ਹੈ, ਇਹ ਮਨ ਕਿਸੇ ਨਾ ਕਿਸੇ ਪਸ਼ੂ ਜੂਨੀ ਵਿੱਚ ਜਾਂਦਾ, ਬਹੁ ਜੂਨਾ। ਜੀਵ ਦੇ ਸਵਾਦਾਂ ਦਾ ਰਸ ਜਦੋਂ ਅੰਦਰ ਜਨਮ ਲੈਂਦਾ ਨਾ, ਜੀਵ ਦੇ ਸਵਾਦ ਦਾ ਰਸ, ਇਹ ਮੱਛੀ ਦੀ ਜੂਨੀ ਜਾਂਦਾ ਹੈ। ਜਦੋਂ ਭਰਮ ਭੁਲੇਖਾ ਅੰਦਰ ਜਨਮ ਲੈਂਦਾ ਹੈ, ਮਿਰਗ ਦੀ ਜੂਨੀ ਜਾਂਦਾ, ਮਿਰਗ ਤ੍ਰਿਸ਼ਨਾ ਦੇ ਵਿੱਚ, ਲੋਭ ਲਾਲਚ ਦੇ ਵਿੱਚ। ਇੱਦਾਂ ਇਹ ਮਨ ਬਹੁਤ ਤਰ੍ਹਾਂ ਦੀਆਂ ਜੂਨੀਆਂ ਭੋਗਦਾ ਹੈ। ਇਹ ਸੈਂਟਰਲ ਆਈਡੀਆ ਰਹਾਉ ਹੈ। ਸਾਕਤ ਕੀ ਐਸੀ ਹੈ ਰੀਤ। ਆ ਸਾਕਤ ਕੌਣ ਹੁੰਦਾ ਹੈ, ਉਹਦੀ ਵਿਆਖਿਆ ਕੀਤੀ ਗਈ ਹੈ ਕਮਾਲ ਦੀ। ਨੋਟ ਕਰਕੇ ਰੱਖਿਓ, ਨੋਟਸ ਬਣਾ ਲਿਆ ਕਰੋ। ਇਸ ਸਾਕਤ ਸ਼ਬਦ ਦੀ ਵਿਆਖਿਆ ਗੁਰੂ ਗ੍ਰੰਥ ਸਾਹਿਬ ਜੀ ਦੇ 195 ਅੰਗ ਤੇ ਪਈ ਹੈ। ਗੁਰੂ ਅਰਜਨ ਦੇਵ ਸਾਹਿਬ ਜੀ ਦਾ ਸ਼ਬਦ ਹੈ। ਦੇਖੋ ਵਿਆਖਿਆ। ਸਾਕਤ ਕੀ ਐਸੀ ਹੈ ਰੀਤ। ਸਾਕਤ ਮਨ ਕਿਸ ਹੈ, ਕੀ ਨਿਸ਼ਾਨੀ ਹੈ। ਜੋ ਕਿਛ ਕਰੈ ਸਗਲ ਵਿਪਰੀਤ। ਉਹ ਮਨ ਜੋ ਵੀ ਕਰੇਗਾ, ਉਹ ਗੁਰੂ ਦੇ ਉਪਦੇਸ਼ਾਂ ਦੇ ਉਲਟ ਹੋਏਗਾ। ਰੱਬੀ ਗਿਆਨ ਦੇ, ਰੱਬੀ ਉਪਦੇਸ਼ ਦੇ, ਰੱਬੀ ਸੰਦੇਸ਼ ਦੇ ਉਲਟ ਹੋਏਗਾ। ਇਹ ਸਾਕਤ ਹੈ। ਜੀਓ ਪ੍ਰਾਣ ਜਿਨ ਮਨ ਤਨ ਧਾਰਿਆ। ਜਿਸ ਨੇ ਆਪਣੇ ਮਨ ਵਿੱਚ ਤੇ ਤਨ ਵਿੱਚ, ਜਿਸ ਨੇ ਜੀਵਨ ਦਿੱਤਾ, ਉਸ ਵਾਹਿਗੁਰੂ ਜੀ ਨੂੰ ਪ੍ਰਾਣਾਂ ਦਾ ਆਸਰਾ ਮੰਨ ਕੇ ਆਪਣੀ ਵਿਚਾਰਧਾਰਾ ਵਿੱਚ, ਤੇ ਇਸ ਵਿਚਾਰਧਾਰਾ ਵਿੱਚ ਜ਼ਿੰਦਗੀ ਜਿਉਈ। ਜਿਹਨੂੰ ਇਸ ਜ਼ਿੰਦਗੀ ਜਿਉਣ ਦੀ ਜੁਗਤ ਨਾ ਆਈ, ਉਹਨਾਂ ਨੇ ਜਿਸ ਵਾਹਿਗੁਰੂ ਸੱਚੇ ਪਾਤਸ਼ਾਹ ਨੇ ਜੀਵਨ ਦਿੱਤਾ, ਪ੍ਰਾਣ ਦਿੱਤੇ, ਇਹ ਮਨ ਦੇ ਵਿੱਚ ਆਤਮਿਕ ਗੁਣਾਂ ਦੇ ਪ੍ਰਾਣ ਰੱਖਣੇ ਸੀ। ਸਰੀਰ ਦੇ ਵਿੱਚ ਉਹਨੇ ਸਵਾਸ ਰੂਪੀ ਪ੍ਰਾਣ ਰੱਖ ਦਿੱਤੇ। ਜਿਹਨੇ ਸਾਰਾ ਕੁਝ ਦਿੱਤਾ, ਸੋਈ ਠਾਕੁਰ ਮਨਹੁ ਵਿਸਾਰਿਆ। ਉਹ ਮਾਲਕ ਮਨ ਚੋਂ ਵਿਸਾਰ ਦਿੱਤਾ। ਜਿਹਨੇ ਇਸ ਤਰ੍ਹਾਂ ਜੀਵਨ ਜਿਉਇਆ, ਵਧੇ ਬੇਕਾਰ ਲਿਖੇ ਬਹੁ ਕਾਗਰ। ਉਹਦੇ ਅੰਦਰ ਬੇਕਾਰ ਵੱਧਦੇ ਗਏ। ਕੁਸੰਗ ਕਰਦਾ ਰਿਹਾ, ਬੇਕਾਰ ਵੱਧਦੇ ਰਹੇ। ਉਹਦੇ ਸੁਭਾਅ ਰੂਪੀ ਕਾਗਜ਼ ਤੇ ਸੰਸਕਾਰ ਲਿਖੇ ਗਏ। ਆਖੋ ਵਾਹਿਗੁਰੂ। ਉਹ ਜਿਹੜੇ ਸੰਸਕਾਰ ਨੇ ਨਾ, ਉਹ ਫਿਰ ਆਪ ਨੂੰ ਨਹੀਂ ਪਤਾ ਲੱਗਦਾ, ਕੋਈ ਨਾ ਕੋਈ ਐਸਾ ਵਿਚਾਰ, ਐਸੀ ਸੋਚ ਅੰਦਰ ਪੈਦਾ ਕਰ ਦਿੰਦੇ ਨੇ, ਗੁਰੂ ਦੇ ਮਾਰਗ ਤੋਂ ਤੋੜ ਕੇ ਰੱਖਦੇ ਨੇ, ਰੱਬ ਦੇ ਮਾਰਗ ਤੋਂ ਤੋੜ ਕੇ ਰੱਖਦੇ ਨੇ। ਜਿੱਥੋਂ ਬਖਸ਼ਿਸ਼ ਮਿਲਣੀ ਹੈ, ਉਹਦੇ ਪ੍ਰਤੀ ਭਰਮ ਭੁਲੇਖੇ ਪਾ ਦਿੰਦੇ ਨੇ। ਸੰਸਕਾਰ ਅੰਦਰ ਨਾ ਸਮਝੀ ਪੈਦਾ ਕਰ ਦਿੰਦੇ ਨੇ, ਅੰਦਰ ਮਿਸਅੰਡਰਸਟੈਂਡਿੰਗ ਪੈਦਾ ਕਰ ਦਿੰਦੇ ਨੇ, ਅੰਦਰ ਕਨਫਿਊਜ਼ਨਸ ਪੈਦਾ ਹੋ ਜਾਂਦੇ ਨੇ, ਅੰਦਰ ਨਫ਼ਰਤ ਪੈਦਾ ਹੋ ਜਾਂਦੀ ਹੈ, ਅੰਦਰ ਹੰਕਾਰ ਪੈਦਾ ਹੋ ਜਾਂਦਾ ਹੈ। ਕਿਉਂਕਿ ਜਿੰਨਾ ਕੁ ਸੰਗ ਕੀਤਾ, ਉਹ ਬੇਕਾਰ ਵੱਧਦੇ ਗਏ। ਅੰਦਰ ਸੁਭਾਅ 'ਚ ਉਹ ਸੰਸਕਾਰ ਲਿਖੇ ਗਏ। ਜਦੋਂ ਕਿਹਾ ਜਾਂਦਾ ਨਾ, ਧਰਮ ਰਾਏ ਦਰ ਕਾਗਦ ਫਾਰੇ, ਉਹ ਸੰਸਕਾਰਾਂ ਦਾ ਮਿਟਣਾ ਹੈ। ਮੌਤ ਤੋਂ ਬਾਅਦ ਨਹੀਂ, ਐਸੇ ਜੀਵਨ ਦੀ ਖੇਡ ਹੈ। ਨਾਨਕ ਉਧਾਰ ਕਿਰਪਾ ਸੁਖ ਸਾਗਰ। ਵਾਹਿਗੁਰੂ ਜੀ ਕਿਰਪਾ ਕਰੋ। ਇਹ ਅੰਦਰ ਤੜਫ ਹੋਵੇ, ਅੰਦਰ ਇੱਕ ਪੀੜਾ ਹੋਵੇ, ਇੱਕ ਦਰਦ ਹੋਵੇ, ਅਰਦਾਸ ਹੋਵੇ ਕਿ ਵਾਹਿਗੁਰੂ ਜੀ ਕਿਰਪਾ ਕਰੋ, ਮੇਰੇ ਅੰਦਰ ਉਹ ਸੰਸਕਾਰ ਜਿਹੜੇ ਨੇ ਨਾ ਸਾੜ ਦਿਓ। ਆਖੋ ਵਾਹਿਗੁਰੂ। ਮੇਰੇ ਸੁਭਾਅ ਵਿੱਚੋਂ ਉਹ ਵਿਚਾਰ ਕੱਢ ਦਿਓ, ਉਹ ਨਾ ਸਮਝੀ ਕੱਢ ਦਿਓ, ਉਹ ਨਫ਼ਰਤ ਦੀਆਂ, ਜੈਲਸ ਦੀਆਂ ਆਦਤਾਂ ਕੱਢ ਦਿਓ। ਵਾਹਿਗੁਰੂ ਜੀ, ਤੁਸੀਂ ਸੁੱਖਾਂ ਦੇ ਸਮੁੰਦਰ ਹੋ, ਕਿਰਪਾ ਦੇ ਸਮੁੰਦਰ ਹੋ। ਮੈਨੂੰ ਪਾਰ ਦਿਓ ਉਧਾਰ, ਮੇਰਾ ਪਾਰ ਤਾਰਾ ਕਰ ਦਿਓ। ਪਾਰ ਬ੍ਰਹਮ ਤੇਰੀ ਸ਼ਰਨ ਆਏ। ਤੇ ਸਰੈਂਡਰ ਹੋ ਜਾਣਾ ਵਾਹਿਗੁਰੂ ਜੀ ਨੂੰ। ਵਾਹਿਗੁਰੂ ਜੀ
ਤੁਹਾਡੀ ਸ਼ਰਨ ਆਏ ਹਾਂ। ਬੰਧਨ ਕਾਟ ਤਰੈ ਹਰ ਨਾਏ ਰਹਾਉ ਦੂਜਾ, ਇਹ ਦੂਸਰਾ ਰਹਾਉ ਹੈ। ਜਦੋਂ ਵਾਹਿਗੁਰੂ ਜੀ ਦੀ ਸ਼ਰਨ, ਫੁੱਲੀ ਸਰੈਂਡਰ, ਆਪਾ ਵਾਰਨ ਦੀ ਭਾਵਨਾ ਆ ਜਾਵੇ ਨਾ, ਫਿਰ ਉਹ ਬੰਧਨ ਕੱਟੇ ਜਾਂਦੇ ਨੇ। ਸੰਸਕਾਰਾਂ ਦੇ ਬੰਧਨ, ਆਦਤਾਂ ਦੇ ਬੰਧਨ। ਰੱਬ ਦਾ ਗਿਆਨ ਰੂਪੀ ਨਾਮ ਜਿਹੜਾ ਨਾ, ਇਹ ਸੋਝੀ ਦਿੰਦਾ ਹੈ ਤੇ ਜੀਵਨ ਮੈਨੇਜ ਕਰਕੇ ਇਸ ਮਾਰਗ 'ਤੇ ਤੁਰਨ ਦੀ ਯੋਗਤਾ ਆ ਜਾਂਦੀ ਹੈ। ਗੌੜੀ ਮਹੱਲਾ ਪੰਜਵਾਂ, ਗੌੜੀ ਰਾਗ ਦਾ ਅਗਲਾ 148ਵਾਂ, ਗੁਰੂ ਅਰਜਨ ਦੇਵ ਸਾਹਿਬ ਜੀ ਦਾ 79ਵਾਂ 79th ਸ਼ਬਦ ਸ਼ੁਰੂ ਹੋ ਰਿਹਾ। ਆਪਣੇ ਲੋਭ ਕੋ ਕੀਨੋ ਮੀਤ, ਜਿਸ ਨੇ ਆਪਣੇ ਲੋਭ ਨੂੰ ਮਿੱਤਰ ਬਣਾ ਲਿਆ, ਆਪਣੇ ਮਨ ਦੀ ਲੋਭ ਦੀ ਪੂਰਤੀ ਲਈ ਸਾਰੇ ਕੰਮ ਕਰ ਰਿਹਾ ਹੈ, ਪਰ ਇਹਨੂੰ ਸੋਝੀ ਨਹੀਂ। ਸਗਲ ਮਨੋਰਥ ਮੁਕਤ ਪਦ ਦੀਤ, ਪਰ ਵਾਹਿਗੁਰੂ ਸੱਚੇ ਪਾਤਸ਼ਾਹ ਤਾਂ ਜਿਹੜੇ ਅੰਦਰ ਲੋਭ ਆਦਿਕ ਦੇ ਬੰਧਨ ਪਏ ਹੋਏ ਨੇ, ਉਹਨਾਂ ਆਦਤਾਂ ਤੋਂ ਮੁਕਤ ਕਰਨ ਵਾਲਾ ਮੁਕਤ ਪਦਾਰਥ ਦਿੰਦੇ ਨੇ। ਤੂੰ ਲੋਭ ਨੂੰ ਆਪਣਾ ਮਿੱਤਰ ਬਣਾਈ ਬੈਠਾ ਹੈ, ਦੁਨਿਆਵੀ ਪ੍ਰਾਪਤੀਆਂ ਨੂੰ ਮਿੱਤਰ ਬਣਾਈ ਬੈਠਾ ਹੈ, ਪਰ ਵਾਹਿਗੁਰੂ ਤਾਂ ਇਹ ਮੁਕਤੀ ਦਾ ਪਦਾਰਥ ਦਿੰਦੇ ਨੇ। ਐਸਾ ਮੀਤ ਕਰੋ ਸਭ ਕੋਏ, ਤੂੰ ਲੋਭ ਨੂੰ ਮਿੱਤਰ ਬਣਾਇਆ, ਐਸੇ ਵਾਹਿਗੁਰੂ ਜੀ ਨੂੰ ਮਿੱਤਰ ਬਣਾ। ਵਾਹਿਗੁਰੂ ਜੀ ਸੱਚਾ ਗਿਆਨ ਬਣ ਕੇ ਹਰ ਥਾਂ 'ਤੇ ਨੇ। ਵਾਹਿਗੁਰੂ ਜੀ ਸੱਚਾ ਗਿਆਨ ਬਣ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਗੁਰਸਰੂਪ ਹੈ, ਸਤਿਗੁਰ ਸਰੂਪ ਹੈ, ਗੁਰ ਉਪਦੇਸ਼ ਹੈ। ਗੁਰ ਉਪਦੇਸ਼ ਨੂੰ ਮਿੱਤਰ ਬਣਾ। ਜਾਤੇ ਬਿਰਥਾ ਕੋਏ ਨਾ ਹੋਏ ਰਹਾਉ, ਇਹ ਸੈਂਟਰਲ ਆਈਡੀਆ ਹੈ। ਜਿਹੜਾ ਗੁਰੂ ਦੇ ਉਪਦੇਸ਼ ਨੂੰ, ਸੱਚੇ ਗਿਆਨ ਨੂੰ ਮਿੱਤਰ ਬਣਾਉਂਦਾ ਨਾ, ਜ਼ਿੰਦਗੀ 'ਚ ਮੰਨਦਾ, ਪ੍ਰੈਕਟੀਕਲ ਜਿਉਂਦਾ, ਬਿਰਥਾ ਨਹੀਂ ਜਾਂਦਾ। ਇਹਨੇ ਸੁਭਾਅ ਤੇ ਸੋਚ ਤੇ ਕਿਰਪਾ ਕਰਨੀ ਹੈ। ਇਹਨੇ ਤੇਰੀ ਸੋਚ ਨਜ਼ਰੀਆ ਬਦਲ ਦੇਣਾ, ਤੇਰੇ ਸੁਭਾਅ ਦੇ ਲੈਵਲ ਨੂੰ, ਸੋਚ ਦੇ ਲੈਵਲ ਨੂੰ ਉੱਚਾ ਕਰ ਦੇਣਾ। ਤੇਰੇ ਅੰਦਰ ਚੰਗੇ ਚੰਗੇ ਵਿਚਾਰ, ਚੰਗੇ ਚੰਗੇ ਜਜ਼ਬੇ ਪੈਦਾ ਹੋਣੇ ਨੇ। ਆਪਣੇ ਸੁਆਏ ਹਿਰਦੈ ਲੈ ਧਾਰਿਆ, ਆਪਣੇ ਸਵਾਰਥ ਨੂੰ ਹਿਰਦੇ ਵਿੱਚ ਰੱਖ ਲਿਆ। ਪਰ ਜੇ ਤੈਨੂੰ ਅਸਲੀ ਮਨੋਰਥ ਜੇ ਹਿਰਦੇ 'ਚ ਰੱਖ ਲਏ, ਅਸਲੀ ਮਨੋਰਥ ਗੁਰੂ ਦੇ ਮਾਰਗ 'ਤੇ ਤੁਰਨ ਦਾ, ਰੱਬ ਦੇ ਮਾਰਗ 'ਤੇ ਤੁਰਨ ਦਾ, ਦੁੱਖ ਦਰਦ ਰੋਗ ਸਗਲ ਵਿਦਾਰਿਆ, ਫਿਰ ਦੁੱਖ ਰੋਗ ਤੇਰੀ ਜ਼ਿੰਦਗੀ 'ਚ ਤੈਨੂੰ ਇਸ ਮਾਰਗ 'ਤੇ ਤੁਰਨ ਤੋਂ ਰੋਕ ਨਹੀਂ ਸਕਦੇ। ਉਹਨੂੰ ਕਹਿੰਦੇ ਨੇ ਦੁੱਖ ਰੋਗ ਵਿਦਾਰ ਲਿਆ। ਦੁੱਖ ਤਾਂ ਆਉਂਦੇ ਨੇ, ਰੋਗ ਤਾਂ ਆਉਂਦੇ ਨੇ, ਹਰ ਇੱਕ ਦੀ ਜ਼ਿੰਦਗੀ 'ਚ ਆਉਂਦੇ ਨੇ। ਮਨਮੁਖ ਨੂੰ ਇਸ ਮਾਰਗ ਤੋਂ ਰੋਕ ਦਿੰਦੇ ਨੇ, ਗੁਰਮੁਖ ਇਸ ਮਾਰਗ 'ਤੇ ਤੁਰੇ ਰਹਿੰਦੇ ਨੇ। ਉਹਨਾਂ ਨੂੰ ਮਨੋਰਥ ਪਤਾ ਲੱਗ ਗਿਆ, ਅਸਲੀ ਸਵਾਰਥ ਪਤਾ ਲੱਗ ਗਿਆ। ਰਸਨਾ ਗੀਧੀ ਬੋਲਤ ਰਾਮ, ਉਹਨਾਂ ਦੀ ਰਸਨਾ ਸੁਰਤ ਦੇ ਵਿੱਚ ਇੱਕ ਤਾਂਘ ਪੈਦਾ ਹੋ ਗਈ ਰੱਬੀ ਵਿਚਾਰਾਂ ਕਰਨ ਦੀ। ਉਹ ਰੱਬੀ ਵਿਚਾਰਾਂ ਕਰਨੀਆਂ, ਸੁਣਨੀਆਂ ਜ਼ਿੰਦਗੀ ਦਾ ਮਨੋਰਥ ਬਣ ਗਿਆ। ਪੂਰਨ ਹੋਏ ਸਗਲੇ ਕਾਮ, ਫਿਰ ਜੀਵਨ ਨੂੰ ਸਫਲ ਕਰਨ ਦੇ ਸਾਰੇ ਕਾਰਜ ਪੂਰੇ ਹੋ ਗਏ। ਆਖੋ ਵਾਹਿਗੁਰੂ। ਨਾਨਕ ਵਾਹਿਗੁਰੂ ਅਨੇਕ ਵਾਰ ਨਾਨਕ ਬਲਿਹਾਰਾ, ਇਹ ਨਾਨਕ ਜੀ ਅਨੇਕ ਵਾਰ ਮੈਂ ਬਲਿਹਾਰ ਜਾਵਾਂ। ਸਫਲ ਦਰਸ਼ਨ ਗੋਬਿੰਦ ਹਮਾਰਾ, ਗੋਬਿੰਦ ਦੇ ਦਰਸ਼ਨ ਤੋਂ। ਗੋਬਿੰਦ ਵਾਹਿਗੁਰੂ ਜੀ ਦਾ ਰੂਪ ਕੀ ਹੈ? ਸੱਚਾ ਗਿਆਨ। ਸੱਚਾ ਗਿਆਨ ਦੁਨੀਆ ਦੇ ਹਰ ਵਰਤਾਰੇ 'ਚ ਹੈ। ਸੱਚਾ ਗਿਆਨ ਸਾਡੇ ਅੰਦਰ ਜ਼ਮੀਰ ਦੀ ਆਵਾਜ਼ ਬਣ ਕੇ ਹੈ। ਸੱਚਾ ਗਿਆਨ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਸਤਿਗੁਰ ਸਰੂਪ ਹੈ, ਗੁਰ ਸਰੂਪ ਹੈ, ਗੁਰ ਉਪਦੇਸ਼ ਨੇ, ਸ਼ਬਦ ਸਰੂਪ ਹੈ। ਉਹਦੇ ਦਰਸ਼ਨ ਕੀ ਹੈ? ਮੰਨਣਾ, ਸਮਝਣਾ, ਉਹਦੇ ਦਰਸ਼ਨ ਨੇ। ਬਲਿਹਾਰ ਜਾਈਏ ਮੇਰੇ ਗੁਰੂ ਦੇ ਉਪਦੇਸ਼ ਤੋਂ, ਬਲਿਹਾਰ ਜਾਈਏ ਰੱਬ ਦੇ ਗਿਆਨ ਰੂਪੀ ਨਾਮ ਤੋਂ। ਗੌੜੀ ਮਹੱਲਾ ਪੰਜਵਾਂ, ਅਗਲਾ ਸ਼ਬਦ ਗੌੜੀ ਰਾਗ ਦਾ 180ਵਾਂ, ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦਾ, ਵਾਹਿਗੁਰੂ ਮਾਫ ਕਰਨਾ, ਗੌੜੀ ਰਾਗ ਦਾ 149ਵਾਂ ਤੇ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦਾ 80ਵਾਂ ਸ਼ਬਦ ਹੈ।
ਕੋਟ ਵਿਗਨ ਹਿਰੇ ਖਿਨ ਮਾਹੇ। ਜਿਹੜੇ ਵਿਘਨ ਆਉਂਦੇ ਨੇ ਨਾ, ਜਿਨ੍ਹਾਂ 'ਤੇ ਵਾਹਿਗੁਰੂ ਜੀ ਦੀ ਬਖਸ਼ਿਸ਼ ਹੁੰਦੀ ਹੈ ਨਾ, ਵਿਘਨ ਆਉਂਦੇ ਨੇ, ਚਲੇ ਜਾਂਦੇ ਨੇ। ਨਾਸ਼ ਹੋ ਗਿਆ, ਰੋਕ ਨਹੀਂ ਸਕੇ, ਤਜਰਬਾ ਦੇ ਗਏ। ਹਰ ਹਰ ਕਥਾ ਸਾਧ ਸੰਗ ਸੁਨਾਹੇ। ਕਿਉਂਕਿ ਰੱਬ ਦੀ ਵਿਚਾਰ, ਰੱਬੀ ਗਿਆਨ ਦੀ ਵਿਚਾਰ, ਰੱਬ ਦੇ ਉਪਦੇਸ਼ਾਂ ਦੀ ਵਿਚਾਰ ਗੁਰੂ ਕੀ ਸੰਗਤ ਵਿੱਚ ਸੁਣਦੇ ਨੇ, ਸਿੱਖਦੇ ਨੇ, ਸਮਝਦੇ ਨੇ, ਜ਼ਿੰਦਗੀ 'ਚ ਜਿਉਂਦੇ ਨੇ। ਪੀਵਤ ਰਾਮ ਰਸ ਅੰਮ੍ਰਿਤ ਗੁਣ ਜਾਸ। ਰੱਬ ਦੇ ਗੁਣ, ਗੁਣਾਂ ਦੀ ਵਡਿਆਈ ਕੀ ਹੈ, ਜਸ ਕੀ ਹੈ? ਜਸ ਹੈ ਵੈਲਿਊ, ਇੰਪੋਰਟੈਂਸ। ਉਹ ਗੁਣਾਂ ਦੀ ਵਿਚਾਰ ਕਰਦੇ ਆ, ਗੁਣਾਂ ਦੀ ਇੰਪੋਰਟੈਂਸ ਸਮਝਦੇ ਨੇ, ਵੈਲਿਊ ਨੂੰ ਸਮਝਦੇ ਨੇ। ਵੈਲਿਊ ਸਮਝ ਕੇ ਉਹਨੂੰ ਜ਼ਿੰਦਗੀ ਜਿਉਂਦੇ ਨੇ। ਉਹਦਾ ਜੋ ਰਸ ਹੈ ਨਾ, ਉਹ ਰਾਮ ਰਸ ਹੈ। ਆਖੋ ਵਾਹਿਗੁਰੂ। ਕਿਉਂਕਿ ਗੁਣ ਵਾਹਿਗੁਰੂ ਨੇ ਦਿੱਤੇ ਨੇ, ਬੜੇ ਕੀਮਤੀ ਨੇ, ਕਿਤੋਂ ਮੁੱਲ ਨਹੀਂ ਮਿਲਦੇ, ਅਨਮੋਲ ਹੈ। ਜਪ ਹਰ ਚਰਨ ਮਿਟੀ ਖੁਦ ਤਾਸ ਰਹਾਓ। ਇਹ ਸੈਂਟਰਲ ਆਈਡੀਆ ਹੈ। ਕਿਉਂਕਿ ਰੱਬ ਦੇ ਗੁਣਾਂ ਦੀਆਂ ਵਿਚਾਰਾਂ ਕਰਕੇ, ਰੱਬ ਦੇ ਗੁਣਾਂ ਰੂਪੀ ਚਰਨ ਤੇ ਰੱਬੀ ਉਪਦੇਸ਼ ਰੂਪੀ ਚਰਨ, ਉਹਨੂੰ ਜਪਣਾ ਆ ਗਿਆ। ਜਪਣਾ ਕੀ ਹੈ? ਜ਼ਿੰਦਗੀ 'ਚ ਜਿਉਣਾ, ਪ੍ਰੈਕਟੀਕਲ ਜਿਉਣਾ। ਦੁਨਿਆਵੀ ਲੋਭ ਲਾਲਚ ਦੀ ਪਿਆਸ, ਭੁੱਖ ਮਿਟ ਗਈ। ਦੁਨਿਆਵੀ ਪ੍ਰਾਪਤੀਆਂ ਦੇ ਪਿੱਛੇ ਦੌੜ ਮਿਟ ਗਈ। ਉਹਨੂੰ ਪਤਾ ਹੈ ਜ਼ਿੰਦਗੀ ਦੀਆਂ ਲੋੜਾਂ ਨੇ ਪੂਰੀਆਂ ਕਰਨੀਆਂ, ਬੈਲੈਂਸ ਬਣਾ ਕੇ ਰੱਖਣਾ। ਅਸਲੀ ਮਾਰਗ ਪਰਉਪਕਾਰ ਦਾ ਮਾਰਗ ਹੈ। ਇਹ ਭੁੱਖ ਪੈਦਾ ਹੋ ਗਈ। ਗੁਰੂ ਦਾ ਮਾਰਗ ਸਭ ਤੋਂ ਪਹਿਲਾਂ, ਬਾਕੀ ਸਭ ਕੁਝ ਬਾਅਦ ਵਿੱਚ। ਫਸਟ ਪ੍ਰਾਇਓਰਿਟੀ 'ਤੇ, ਪਹਿਲੀ ਤਰਜੀਹ ਦੇ ਆਧਾਰ 'ਤੇ ਗੁਰੂ ਦਾ ਮਾਰਗ। ਬਾਕੀ ਸੈਕਿੰਡ, ਥਰਡ, ਲਾਸਟ ਆਪਸ਼ਨ ਹੋ ਸਕਦੇ ਨੇ। ਅਸੀਂ ਬੱਚਿਆਂ ਨੂੰ ਬਚਪਨ ਤੋਂ ਇਹ ਗੱਲ ਸਿਖਾ ਦਈਏ। ਜ਼ਿੰਦਗੀ ਦੀਆਂ ਦੋ ਗੱਲਾਂ ਬੜੀਆਂ ਅਹਿਮੀਅਤ ਰੱਖਦੀਆਂ ਨੇ। ਇੱਕ ਟਾਈਮ ਮੈਨੇਜ ਕਰਨਾ, ਇੱਕ ਪ੍ਰਾਇਓਰਟਾਈਜ਼ ਕਰਨਾ, ਤਰਜੀਹ ਦੇਣੀ। ਕਿਹੜਾ ਕੰਮ ਪਹਿਲਾਂ ਕਰਨਾ ਹੈ, ਕਿਹੜਾ ਸੈਕਿੰਡ 'ਤੇ, ਕਿਹੜਾ ਲਾਸਟ 'ਤੇ, ਕਿਹੜਾ ਥਰਡ ਆਪਸ਼ਨ, ਕਿਹੜਾ ਲਾਸਟ ਆਪਸ਼ਨ। ਸਭ ਤੋਂ ਪਹਿਲਾਂ ਗੁਰੂ ਦਾ ਮਾਰਗ, ਰੱਬ ਦਾ ਮਾਰਗ, ਫਿਰ ਜ਼ਿੰਦਗੀ ਦਾ ਫੋਕਸ। ਜੇ ਸਟੂਡੈਂਟ ਹੈ ਤਾਂ ਸਟੱਡੀ, ਕਾਰੋਬਾਰ ਹੈ ਤਾਂ ਕਾਰੋਬਾਰ, ਪਰਿਵਾਰ, ਇਹ ਸੈਕਿੰਡ ਦੇ ਉੱਪਰ। ਫਸਟ ਗੁਰੂ ਦਾ ਮਾਰਗ, ਥਰਡ ਐਂਟਰਟੇਨਮੈਂਟ, ਬਾਕੀ ਸਭ ਕੁਛ ਲਾਸਟ 'ਤੇ। ਪਰ ਜਦੋਂ ਐਂਟਰਟੇਨਮੈਂਟ ਨੂੰ ਫਸਟ 'ਤੇ ਰੱਖਦਾ ਹੈ, ਗੁਰੂ ਦੇ ਮਾਰਗ ਨੂੰ ਛੱਡ ਦਿੰਦਾ ਹੈ। ਜਿਹਨੂੰ ਪ੍ਰਾਇਓਰਟਾਈਜ਼ ਨਹੀਂ ਕਰਨਾ ਆਇਆ, ਉਹਨੂੰ ਟਾਈਮ ਟੇਬਲ ਨਹੀਂ ਬਣਾਉਣਾ ਆਇਆ। ਟਾਈਮ ਮੈਨੇਜ ਕਰਨਾ ਅਤੇ ਪ੍ਰਾਇਓਰਟਾਈਜ਼ ਕਰਨਾ ਤਰਜੀਹ ਦੇ ਆਧਾਰ 'ਤੇ, ਬਸ ਇਹੀ ਗੱਲਾਂ ਗੁਰੂ ਦੇ ਉਪਦੇਸ਼ਾਂ ਨੇ ਸਿਖਾਉਣੀਆਂ ਨੇ। ਫਿਰ ਇਹਦੇ ਵਿੱਚੋਂ ਦੁਨਿਆਵੀ ਪ੍ਰਾਪਤੀਆਂ ਦੀ ਭੁੱਖ ਮਿਟੇਗੀ। ਕਿਉਂਕਿ ਅਸਲੀ ਮਾਰਗ ਗੁਰੂ ਦਾ ਇਹ ਫਸਟ ਪ੍ਰਾਇਓਰਿਟੀ 'ਤੇ ਹੋਏਗਾ। ਸਭ ਤੋਂ ਪਹਿਲਾਂ ਇਹਦੇ ਲਈ ਟਾਈਮ ਕੱਢਣਾ, ਬਾਕੀ ਬਾਅਦ ਵਿੱਚ। ਸਰਬ ਕਲਿਆਣ ਸੁਖ ਸਹਿਜ ਨਿਧਾਨ। ਫਿਰ ਆਤਮਿਕ ਸੁੱਖ ਮਿਲੇਗਾ, ਅਡੋਲਤਾ ਮਿਲੇਗੀ। ਇਹ ਖਜ਼ਾਨਾ ਹੈ, ਇਹਦੇ 'ਚ ਹੀ ਸਾਰੀਆਂ ਖੁਸ਼ੀਆਂ ਨੇ। ਸਰਬ ਕਲਿਆਣ ਜਾ ਕੈ ਹਿਰਦੈ ਵਸੈ ਭਗਵਾਨ। ਜਿਹਦੇ ਹਿਰਦੇ ਵਿੱਚ ਵਾਹਿਗੁਰੂ ਜੀ ਵਸਦੇ ਨੇ, ਸੱਚਾ ਗਿਆਨ ਬਣ ਕੇ ਵਸਦੇ ਨੇ, ਗੁਣ ਬਣ ਕੇ ਵਸਦੇ ਨੇ, ਗੁਰੂ ਦੇ ਉਪਦੇਸ਼ ਬਣ ਕੇ ਵਾਹਿਗੁਰੂ ਜੀ ਵਸ ਜਾਂਦੇ ਨੇ, ਬਖਸ਼ਿਸ਼ ਬਣ ਕੇ ਵਸ ਜਾਂਦੇ ਨੇ। ਉਹਨਾਂ ਨੂੰ ਸਾਰੀਆਂ ਖੁਸ਼ੀਆਂ, ਆਤਮਿਕ ਸੁੱਖ, ਅਡੋਲਤਾ ਮਿਲਦੀ ਹੈ। ਇਹ ਖਜ਼ਾਨਾ ਵਾਹਿਗੁਰੂ ਜੀ ਉਹਨਾਂ ਦੇ ਹਿਰਦੇ ਦੀ ਝੋਲੀ 'ਚ ਰੱਖ ਦਿੰਦੇ ਨੇ। ਔਖਦ ਮੰਤਰ ਤੰਤਰ ਸਭ ਛਾਰ। ਬਾਕੀ ਦੁਨੀਆ ਦੀ ਕੋਈ ਔਖਦੀ ਕਹਿੰਦੇ ਸੀ, ਆਹ ਉਹਨੂੰ ਖਵਾ ਦੀ, ਉਹ ਦਵਾਈ ਔਖਦ ਉਹਨੂੰ ਕਹਿੰਦੇ ਨੇ। ਜਿਵੇਂ ਕੁਝ ਗੁਰਮਤਿ ਵਿੱਚ ਵੀ ਕਰਮਕਾਂਡ ਐਂਟਰ ਕਰੀ ਜਾਂਦੇ ਨੇ। ਤੂੰ ਇੱਦਾਂ ਕਰੀ, ਬਾਣੀ ਪੜ੍ਹ ਲਈ, ਪਾਣੀ ਰੱਖ ਲਈ ਕੋਲ, ਉਹਦਾ ਛਿੱਟਾ ਦੇ ਦੀ, ਯਾਨੀ ਔਖਦੀ। ਇਹਦੇ ਨਾਲ ਕਲੇਸ਼ ਮਿਟ ਜੂ। ਕਲੇਸ਼ ਕਿਉਂ ਪੈਦਾ ਹੋਇਆ? ਕਿਉਂਕਿ ਇੱਕ ਦੂਸਰੇ ਦੀਆਂ ਭਾਵਨਾਵਾਂ ਨਹੀਂ ਸਮਝ ਰਹੇ, ਇੱਕ ਦੂਸਰੇ ਦੀਆਂ ਭਾਵਨਾਵਾਂ ਦੀ ਕਦਰ ਨਹੀਂ ਕਰ ਰਹੇ, ਇੱਕ ਦੂਸਰੇ ਦੀਆਂ ਭਾਵਨਾਵਾਂ ਨੂੰ ਝੋਟਾ ਮਾਰਦੇ ਨੇ। ਇਹ ਪਾਣੀ ਨਾਲ ਉਹਨਾਂ ਦਾ ਸੁਭਾਅ ਬਦਲ ਜੂ। ਸਾਨੂੰ ਇਹ ਨਹੀਂ ਕਿਹਾ ਗਿਆ ਤੂੰ ਜਪਜੀ ਸਾਹਿਬ ਦੇ ਅਰਥ ਸਿੱਖੀ, ਉਹਨੂੰ ਜਿਉਂ। ਇਹ ਕਿਹਾ ਗਿਆ ਜਪਜੀ ਸਾਹਿਬ ਪੜ੍ਹ ਕੇ ਪਾਣੀ ਦਾ ਛਿੱਟਾ ਦੇ ਦੀ। ਇਹਨੂੰ ਔਖਦੀ ਕਹਿੰਦੇ ਨੇ। ਮੰਤਰ ਇੰਨੇ ਵਾਰੀ ਤੂੰ ਪੜ੍ਹ ਲਈ, ਮੰਤਰ ਤੰਤਰ ਟੂਣੇ ਟਾਮਣ ਕਰ ਲਈ,
ਸਤਿਗੁਰੂ ਕਹਿੰਦੇ ਇਹ ਸਭ ਕੁਛ ਮਿੱਟੀ ਹੈ, ਸਵਾਹ ਹੈ, ਛਾਰ ਹੈ। ਹਿਰਦੇ 'ਚ ਵਾਹਿਗੁਰੂ ਜੀ ਵਸਣ, ਵਾਹਿਗੁਰੂ ਜੀ ਦਾ ਗਿਆਨ ਵਸੇ, ਗੁਰੂ ਦੇ ਉਪਦੇਸ਼ ਵਸਣ, ਅਸਲੀ ਇਹ ਬਾਤ ਹੈ। ਕਰਨਾ ਹਾਰ ਹਿਰਦੇ ਮੈਂ ਧਾਰ, ਵਾਹਿਗੁਰੂ ਜੀ ਜੋ ਕਰਤਾ ਪੁਰਖ ਨੇ ਉਹਨੂੰ ਹਿਰਦੇ 'ਚ ਧਾਰਨ ਕਰ, ਉਹਦੇ ਗੁਣਾਂ ਨੂੰ, ਉਹਦੇ ਉਪਦੇਸ਼ਾਂ ਨੂੰ, ਰੱਬੀ ਮਾਰਗ ਤੇ ਜਿਉਣਾ ਸਿੱਖ। ਅੱਜ ਸਭ ਭਰਮ ਭਜਿਓ ਪਾਰ ਬ੍ਰਹਮ, ਸਾਰੇ ਭਰਮ ਛੱਡ ਕੇ ਜਿਨ੍ਹਾਂ ਨੇ ਪਾਰ ਬ੍ਰਹਮ ਵਾਹਿਗੁਰੂ ਨੂੰ ਯਾਦ ਵਿੱਚ ਵਸਾਇਆ, ਭੈ ਭਾਵਨੀ ਸ਼ੁਕਰਾਨੇ ਵਾਲਾ ਜੀਵਨ ਜਿਉਇਆ, ਰੱਬ ਦੇ ਗੁਣਾਂ ਵਾਲਾ, ਗੁਰੂ ਦੇ ਉਪਦੇਸ਼ ਵਾਲਾ ਜੀਵਨ ਜਿਉਇਆ, ਜਿਨ੍ਹਾਂ ਕੋਲੇ ਗੁਰਮੁਖ ਸੁਭਾਅ ਤੇ ਗੁਰਮਤ ਸੋਚ ਆ ਗਈ, ਕਹੋ ਨਾਨਕ ਅਟਲ ਇਹ ਧਰਮ। ਨਾਨਕ ਜੀ ਕਹੋ, ਗੁਰੂ ਅਰਜਨ ਦੇਵ ਸਾਹਿਬ ਜੀ ਨਾਨਕ ਸ਼ਬਦ ਵਰਤ ਕੇ ਕਹਿ ਰਹੇ ਨੇ, ਇਹ ਅਡੋਲ ਧਰਮ ਹੈ, ਸਦਾ ਨਿਭਣ ਵਾਲਾ ਨਿਜ਼ਮ ਹੈ। ਸਤਿਗੁਰੂ ਕਿਰਪਾ ਕਰਨ, ਸਾਨੂੰ ਸਾਰਿਆਂ ਨੂੰ ਪ੍ਰਾਪਤ ਹੋਵੇ। ਭੁੱਲਾਂ ਚੁੱਕਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।